ਸਿੱਖ ਇਤਿਹਾਸ ਵਿੱਚੋਂ ਇੱਕ ਹੋਰ ਵਿਸ਼ਾ ਲੈ ਕੇ ਆਪ ਸੰਗਤਾਂ ਦੇ ਸਨਮੁਖ ਹਾਜ਼ਰ ਹੋਏ ਹਾਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿਮੰਦਰ ਸਾਹਿਬ ਵਿੱਚ ਪਹਿਲੀ ਵਾਰ ਬਿਜਲੀ ਕਦੋਂ ਅਤੇ ਕਿਵੇਂ ਲਾਈ ਗਈ, ਇਸ ਗੱਲ ਉੱਤੇ ਅੱਜ ਅਸੀਂ ਵਿਚਾਰ ਕਰਨੀ ਹੈ। ਇੱਕ ਸਮੱਸਿਆ ਦੇ ਤੌਰ ਤੇ 19ਵੀਂ ਸਦੀ ਦੇ ਅੰਤ ਵਿੱਚ ਇਹ ਗੱਲ ਸਾਹਮਣੇ ਆਈ। 19ਵੀਂ ਸਦੀ ਦੇ ਅੰਤ ਵਿੱਚ ਇਸ ਗੱਲ ਤੇ ਬਹੁਤ ਵਾਦ ਵਿਵਾਦ ਹੋਇਆ ਅਤੇ ਹਰਿਮੰਦਰ ਸਾਹਿਬ ਦੇ ਖੇਤਰ ਵਿੱਚ ਬਿਜਲੀ ਲਗਾਈ ਜਾਵੇ ਜਾਂ ਨਾ ਲਗਾਈ ਜਾਵੇ, ਇਸ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਕਈ ਦ੍ਰਿਸ਼ਟੀਕੋਣ ਸਨ ਅਤੇ ਕਈ ਦੋਹਾਂ ਪਾਸਿਆਂ ਵੱਲੋਂ ਬਿਨਾਂ ਹਾਰ ਮੰਨਿਆ ਇਹ ਵਾਦ ਵਿਵਾਦ ਘਮਸਾਣ ਵਰਗਾ ਚੱਲ ਰਿਹਾ ਸੀ। ਜਿਵੇਂ ਕਿ ਉਸ ਸਮੇਂ ਦਾ ਰਿਵਾਜ ਸੀ, ਧਾਰਮਿਕ ਅਤੇ ਸਮਾਜਿਕ ਮਤਭੇਦਾਂ ਵਿੱਚ ਕੋਈ ਵੀ ਹੱਦ ਬੰਨਾ ਅਤੇ ਵਾਦ ਵਿਵਾਦ ਬਾਕੀ ਨਹੀਂ ਸੀ ਛੱਡਿਆ ਜਾਂਦਾ ਅਤੇ ਮਾਮਲੇ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਾਸਤੇ ਮਾੜੇ ਤੋਂ ਮਾੜਾ ਸ਼ਬਦ ਵਰਤਣ ਤੋਂ ਗੁਰੇਜ਼ ਨਹੀਂ ਸੀ ਕੀਤਾ ਜਾਂਦਾ। ਵਿਰੋਧੀਆਂ ਵੱਲੋਂ ਜੇਕਰ ਪਰੰਪਰਾ ਅਤੇ ਪ੍ਰਯੋਗ ਆਪਣੇ ਹੱਕ ਵਿੱਚ ਭੁਗਤਾਇਆ ਜਾ ਰਿਹਾ ਸੀ ਤਾਂ ਜਿਹੜੇ ਇਸ ਗੱਲ ਦੇ ਪੈਰੋਕਾਰ ਸਨ ਉਹ ਸਮੇਂ ਨਾਲ ਚੱਲਣ ਦੀ ਦਲੀਲ ਦਿੰਦੇ ਸਨ ਅਤੇ ਉਹਨਾਂ ਨੂੰ ਵਿਅੰਗ ਸਰੂਪ ਵਿੱਚ ਬਿਜਲੀ ਭਗਤ ਕਿਹਾ ਜਾਂਦਾ ਸੀ। ਸ਼੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਪਹਿਲਾਂ ਇਸ ਬਾਰੇ ਗੱਲਬਾਤ ਸ਼ੁਰੂ ਕੀਤੀ ਗਈ। 26 ਜਨਵਰੀ 1896 ਨੂੰ ਆਪਣੇ 23ਵੇਂ ਇਜਲਾਸ ਵਿੱਚ ਸਿੰਘ ਸਭਾ ਨੇ ਇੱਕ ਪ੍ਰਸਤਾਵ ਪਾਸ ਕੀਤਾ ਜਿਸ ਵਿੱਚ ਹਰਿਮੰਦਰ ਸਾਹਿਬ ਵਿੱਚ ਬਿਜਲੀ ਲਗਾਏ ਜਾਣ ਦੀ ਸਿਫਾਰਿਸ਼ ਕੀਤੀ ਗਈ ਸੀ। ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਸਰੋਤਿਆਂ ਨੂੰ ਕਿਹਾ ਕਿ ਸੁੰਦਰਤਾ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦਿਨੇ ਬੈਕੁੰਠ ਦੀ ਤਰ੍ਹਾਂ ਸੁੰਦਰ ਦਿਖਾਈ ਦਿੰਦਾ ਹੈ, ਪਰੰਤੂ ਰਾਤ ਨੂੰ ਹਨੇਰੇ ਵਿੱਚ ਢਕਿਆ ਜਾਂਦਾ ਹੈ। ਕਈ ਬਿਰਧ ਅਤੇ ਪਾਵਨ ਵਿਅਕਤੀ ਜਿਹੜੇ ਸ਼ਾਮ ਵੇਲੇ ਜਾਂ ਸਵੇਰੇ ਅੰਮ੍ਰਿਤ ਵੇਲੇ ਆਪਣੀ ਸ਼ਰਧਾ ਭੇਟ ਕਰਨ ਆਉਂਦੇ ਹਨ, ਚਾਨਣ ਨਾ ਹੋਣ ਕਰਕੇ ਡਿੱਗ ਕੇ ਜ਼ਖਮੀ ਹੋ ਜਾਂਦੇ ਹਨ। ਸਰਦਾਰ ਸੁੰਦਰ ਸਿੰਘ ਨੇ ਸਿਫਾਰਿਸ਼ ਕੀਤੀ ਕਿ ਬਿਜਲੀ ਹਰਿਮੰਦਰ ਸਾਹਿਬ ਦੀ ਸ਼ੋਭਾ ਨੂੰ ਵਧਾਏਗੀ ਅਤੇ ਆਉਣ ਵਾਲੇ ਸ਼ਰਧਾਲੂਆਂ ਲਈ ਵਰਦਾਨ ਸਾਬਤ ਹੋਏਗੀ। ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਕਰਨਲ ਜਵਾਲਾ ਸਿੰਘ ਨੇ ਅਤੇ ਖਾਲਸਾ ਹਾਈ ਸਕੂਲ ਗੁਜਰਾਂਵਾਲਾ ਦੇ ਮਾਸਟਰ ਨਰੈਣ ਸਿੰਘ ਨੇ ਸਰਦਾਰ ਸੁੰਦਰ ਸਿੰਘ ਦੀ ਇਸ ਤਜਵੀਜ਼ ਦੀ ਪ੍ਰੋੜਤਾ ਕੀਤੀ। ਇਸ ਯੋਜਨਾ ਨੂੰ ਸਿਰੇ ਚੜਾਉਣ ਲਈ ਸਰਦਾਰ ਬਹਾਦਰ ਸਰਦਾਰ ਅਰਜਨ ਸਿੰਘ ਦੀ ਪ੍ਰਧਾਨਗੀ ਹੇਠ ਇੱਕ 11 ਮੈਂਬਰੀ ਕਮੇਟੀ ਬਣਾਈ ਗਈ। ਕਮੇਟੀ ਨੇ ਬਾਬਾ ਸਰ ਖੇਮ ਸਿੰਘ ਬੇਦੀ, ਰਾਏ ਬਹਾਦਰ, ਸਰਦਾਰ ਸੁਜਾਨ ਸਿੰਘ ਰਾਵਲਪਿੰਡੀ ਅਤੇ ਅਟਾਰੀ ਦੇ ਸਰਦਾਰ ਬਲਵੰਤ ਸਿੰਘ ਵਰਗੇ ਕੌਮ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਹਮਾਇਤ ਪ੍ਰਾਪਤ ਕਰ ਲਈ ਸੀ। ਚੰਦੇ ਦੀਆਂ ਸੂਚੀਆਂ ਬਣ ਗਈਆਂ ਅਤੇ ਪਿੰਡਾਂ ਦੇ ਸ਼ਹਿਰਾਂ ਵਿੱਚ ਉਗਰਾਹੀ ਦਾ ਕੰਮ ਸ਼ੁਰੂ ਹੋ ਗਿਆ। ਬਿਜਲੀਕਰਨ ਕਮੇਟੀ ਦੇ ਫਰੀਦਕੋਟ ਦੇ ਰਾਜਾ ਬਿਕਰਮ ਸਿੰਘ ਕੋਲ ਕੁਝ ਵਿਅਕਤੀਆਂ ਦਾ ਸਮੂਹ ਭੇਜਿਆ। ਰਾਜਾ ਬਿਕਰਮ ਸਿੰਘ ਅੰਮ੍ਰਿਤਸਰ ਖਾਲਸਾ ਦੀਵਾਨ ਦੇ ਸਰਪ੍ਰਸਤ ਸਨ ਅਤੇ ਧਾਰਮਿਕ ਅਤੇ ਜਨਤਕ ਕੰਮਾਂ ਵਿੱਚ ਖੁੱਲੇ ਹੱਥ ਨਾਲ ਮਦਦ ਕਰਦੇ ਸਨ। ਗਰੁੱਪ ਦੀ ਅਗਵਾਈ ਕਰਨ ਵਾਲੇ ਕਰਨਲ ਜਵਾਲਾ ਸਿੰਘ ਅਤੇ ਸਰਦਾਰ ਸੁੰਦਰ ਸਿੰਘ ਮਜੀਠੀਆ ਧਨ ਦੀ ਮਦਦ ਦਾ ਮਹਾਰਾਜੇ ਕੋਲ ਭਰੋਸਾ ਲੈ ਕੇ ਵਾਪਸ ਆ ਗਏ। 25 ਅਪ੍ਰੈਲ 1897 ਨੂੰ ਅਕਾਲ ਤਖਤ ਉੱਤੇ ਕੋਈ ਮੀਟਿੰਗ ਵਿੱਚ ਮਹਾਰਾਜਾ ਫਰੀਦਕੋਟ ਦੇ 3 ਸੰਦੇਸ਼ ਵਾਹਕ ਪਹੁੰਚੇ ਅਤੇ ਉਹਨਾਂ ਨੇ ਮਹਾਰਾਜਾ ਵੱਲੋਂ ਐਲਾਨ ਕੀਤਾ ਕਿ ਰਾਣੀ ਵਿਕਟੋਰੀਆ ਦੇ ਬਿਨਾਂ ਕਿਸੇ ਰੁਕਾਵਟ ਦੇ 60 ਸਾਲ ਤੱਕ ਚੱਲੇ ਰਾਜ ਦੀ ਯਾਦ ਵਿੱਚ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ 20,000 ਰੁਪਏ ਦੀ ਕੀਮਤ ਦੇ ਉਹ ਬਿਜਲੀ ਲਗਾਉਣਗੇ। ਹੁਣ ਵਿਰੋਧੀਆਂ ਨੇ ਵੀ ਸਿਰ ਚੁੱਕਿਆ। ਮਈ 1897 ਵਿੱਚ ਹਰਿਮੰਦਰ ਸਾਹਿਬ ਦੇ 3 ਗ੍ਰੰਥੀਆਂ ਨੇ ਲਾਈਟਿੰਗ ਕਮੇਟੀ ਦੇ ਸਕੱਤਰ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਰਜਿਸਟਰਡ ਨੋਟਿਸ ਭੇਜਿਆ ਜਿਸ ਵਿੱਚ ਉਹਨਾਂ ਨੇ ਬਿਜਲੀ ਲਗਾਉਣ ਦੀ ਸਕੀਮ ਬਾਰੇ ਬੁਰਾ ਭਲਾ ਕਿਹਾ। 22 ਜੂਨ 1897 ਨੂੰ ਸਿੱਖਾਂ ਵੱਲੋਂ ਅੰਮ੍ਰਿਤਸਰ ਵਿੱਚ ਹੀਰਕ ਜਯੰਤੀ ਮਨਾਈ ਗਈ। ਮਹਾਰਾਜਾ ਫਰੀਦਕੋਟ ਦੇ ਬੇਟੇ ਕੰਵਰ ਗਜੇਂਦਰ ਸਿੰਘ ਨੇ ਇਸ ਉਤਸਵ ਵਿੱਚ ਹਿੱਸਾ ਲਿਆ। ਇਸ ਅਵਸਰ ਸਮੇਂ ਰਾਏ ਢੋਲਣ ਦਾਸ ਦੇ ਪ੍ਰਾਈਵੇਟ ਜਨਰੇਟਰ ਨੂੰ ਪਰਿਕਰਮਾ ਵਿੱਚ ਲਿਆ ਕੇ ਹਰਿਮੰਦਰ ਸਾਹਿਬ ਵਿੱਚ ਬਿਜਲੀ ਜਗਾ ਕੇ ਦਿਖਾਈ ਗਈ। 14 ਅਗਸਤ 1897 ਨੂੰ ਮਹਾਰਾਜਾ ਫਰੀਦਕੋਟ ਅੰਮ੍ਰਿਤਸਰ ਆਏ ਅਤੇ ਸਿੱਖਾਂ ਦੀ ਇੱਕ ਜਨਤਕ ਸਭਾ ਵਿੱਚ ਉਹਨਾਂ ਨੇ ਬਿਜਲੀ ਅਤੇ ਗੁਰੂ ਕੇ ਲੰਗਰ ਦੀ ਨਵੀਂ ਇਮਾਰਤ ਲਈ 1 ਲੱਖ ਰੁਪਇਆ ਦਾਨ ਦੇਣ ਦਾ ਐਲਾਨ ਕੀਤਾ। ਉਸ ਧਨ ਵਿੱਚੋਂ ਕੁਝ ਹਿੱਸਾ ਜਨਰੇਟਰ ਅਤੇ ਉਸ ਦੇ ਹੋਰ ਪੁਰਜਿਆਂ ਲਈ ਖਰਚਿਆ ਗਿਆ। ਵਿਰੋਧੀ ਧਿਰ ਵੀ ਆਰਾਮ ਨਹੀਂ ਕਰ ਰਹੀ ਸੀ। 29 ਜੁਲਾਈ 1897 ਦੀ ਲਾਹੌਰ ਸਿੰਘ ਸਭਾ ਦੀ ਕਾਰਜਕਾਰਨੀ ਕਮੇਟੀ ਨੇ ਇਸ ਪ੍ਰਸਤਾਵ ਦੀ ਨਾਮਨਜ਼ੂਰੀ ਆਪਣੇ ਰਿਕਾਰਡ ਵਿੱਚ ਦਰਜ ਕਰ ਲਈ।
27 ਅਗਸਤ 1897 ਦੇ ਲਾਹੌਰ ਦੇ ਖਾਲਸਾ ਅਖਬਾਰ ਵਿੱਚ ਹਰਮੰਦਰ ਸਾਹਿਬ ਦੇ 3 ਗ੍ਰੰਥੀਆਂ ਭਾਈ ਹਰਨਾਮ ਸਿੰਘ, ਭਾਈ ਭਗਤ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਵੱਲੋਂ ਇੱਕ ਪੱਤਰ ਛਾਪਿਆ ਗਿਆ, ਜਿਸ ਵਿੱਚ ਬਿਜਲੀ ਲੱਗਣ ਦੇ ਪ੍ਰਸਤਾਵ ਦੇ ਖੁੱਲ੍ਹੇ ਤੌਰ ਤੇ ਵਿਰੋਧ ਕੀਤਾ ਗਿਆ ਸੀ। ਇਸ ਤੋਂ ਬਾਅਦ ਇੱਕ ਤਰਕ ਇਹ ਦੱਸਣ ਵਾਸਤੇ ਸਾਹਮਣੇ ਲਿਆਂਦਾ ਗਿਆ ਕਿ ਕਿਵੇਂ ਪਵਿੱਤਰ ਚੌਗਿਰਦੇ ਵਿੱਚ ਬਿਜਲੀ ਚਾਲੂ ਕਰਨਾ ਅਨੁਚਿਤ ਹੈ। ਇਸ ਲਈ ਇਸ ਲੇਖ ਨੂੰ ਬਿਜਲੀ ਉਦਾਹਰਨ ਸਿਰਲੇਖ ਹੇਠ ਇੱਕ ਟਰੈਕਟ ਦੇ ਰੂਪ ਵਿੱਚ ਦੁਹਰਾਇਆ ਗਿਆ। ਬਿਜਲੀ ਖਤਰਨਾਕ ਹੈ। ਇਸ ਨੁਕਤੇ ਨੂੰ ਪੱਕੀ ਤਰ੍ਹਾਂ ਸਥਾਪਿਤ ਕਰਨ ਲਈ ਸਰਕਾਰ ਦੇ 1887 ਦੇ ਬਣਾਏ ਐਕਟ ਦੇ ਸਿਰਲੇਖ ਦਾ ਹਵਾਲਾ ਦਿੱਤਾ ਗਿਆ, ਜਿਹੜਾ ਕਿ ਇਸ ਪ੍ਰਕਾਰ ਹੈ। ਇਹ ਅਜਿਹਾ ਐਕਟ ਹੈ ਜਿਹੜਾ ਵਿਅਕਤੀ ਦੀ ਅਤੇ ਜਾਇਦਾਦ ਦੀ ਬਿਜਲੀ ਦੀ ਸਪਲਾਈ ਕਰਨ ਆਉਣ ਵਾਲੇ ਖਤਰਿਆਂ ਤੋਂ ਰੱਖਿਆ ਕਰਨ ਦਾ ਪ੍ਰਾਵਧਾਨ ਪ੍ਰਸਤੁਤ ਕਰਦਾ ਹੈ। ਇੱਕ ਹੋਰ ਸਾਰਾਂਸ਼ 27 ਅਕਤੂਬਰ 1897 ਦੇ ਸਿਵਲ ਐਡ ਮਿਲਟਰੀ ਗਜ਼ਟ ਲਾਹੌਰ ਵਿੱਚੋਂ ਪੇਸ਼ ਕੀਤਾ ਗਿਆ। ਅਮਰੀਕਾ ਵਿੱਚ ਬਿਜਲੀ ਅਤੇ ਪਾਵਰ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਜਾਣ ਨਾਲ ਕਈ ਲੋਕ ਆਪਣੀਆਂ ਜਾਨਾਂ ਗਵਾ ਬੈਠੇ। ਇਹੋ ਜਿਹੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ, ਜਿਨ੍ਹਾਂ ਵਿੱਚ ਧਾਰੀਵਾਲ ਦੀ ਇੱਕ ਫੈਕਟਰੀ ਵਿੱਚ ਬਿਜਲੀ ਕਾਰਨ ਨੁਕਸਾਨ ਹੋਇਆ ਸੀ ਅਤੇ ਸਰਹਿੰਦ ਨਹਿਰ ਦੀ ਉਦਘਾਟਨੀ ਸਮਾਰੋਹ ਵਿੱਚ ਭਗਦੜ ਮਚ ਗਈ ਸੀ। ਗ੍ਰੰਥੀਆਂ ਨੇ ਇਹ ਤਰਕ ਵੀ ਰੱਖਿਆ ਕਿ ਬੇਥਲਮ ਅਥਵਾ ਕਾਬਾ ਵਿੱਚ ਵੀ ਬਿਜਲੀ ਲਗਾਏ ਜਾਣ ਦਾ ਉਦਾਹਰਨ ਨਹੀਂ ਮਿਲਦਾ। ਲੰਡਨ ਦੇ 1500 ਤੋਂ ਵੀ ਵੱਧ ਚਰਚਾਂ ਵਿੱਚ ਕਿਸੇ ਵੀ ਇੱਕ ਵਿੱਚ ਵੀ ਅਤੇ ਵੈਸਟਮਿਨਿਸਟਰ ਐਬੇ ਵਿੱਚ ਵੀ ਬਿਜਲੀ ਨਹੀਂ ਲਾਈ ਗਈ ਹੈ। ਤੀਸਰੀ ਗੱਲ, ਇਸ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਰਿਵਾਜ ਅਤੇ ਪਰੰਪਰਾ ਕੇਵਲ ਘਿਓ ਨਾਲ ਚਾਨਣ ਕਰਨ ਦੀ ਮਨਜ਼ੂਰੀ ਦਿੰਦੇ ਹਨ। ਬਿਜਲੀ ਇੱਕ ਬਹੁਤ ਹੀ ਖਰਚੀਲਾ ਦਿਖਾਵਾ ਹੈ। ਇਸ ਦੀ ਚਮਕ ਇਕਾਗਰਤਾ ਅਤੇ ਸਮਾਧੀ ਵਿੱਚ ਰੁਕਾਵਟ ਪਾਏਗੀ। ਇਸ ਸਾਰੇ ਕੰਮ ਨੂੰ ਪਹਿਲਾਂ ਹੀ ਉਲਟਾ ਦੇਣ ਲਈ ਇਸ ਨੁਕਤੇ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਬਿਜਲੀ ਦੀ ਰੋਸ਼ਨੀ ਤਾਂ ਪੱਛਮੀ ਹੈ ਅਤੇ ਹਰਮੰਦਰ ਸਾਹਿਬ ਦੀ ਇਮਾਰਤ ਹੈ ਜਿਹੜੀ ਉਹ ਪੂਰਬੀ ਹੈ। ਦੋਵੇਂ ਇੱਕ ਦੂਜੇ ਦੇ ਵਿਰੋਧੀ ਹਨ। ਇਹਨਾਂ ਗ੍ਰੰਥੀਆਂ ਨਾਲ ਤਖਤ ਸ੍ਰੀ ਅਵਚਲ ਨਗਰ ਨੰਦੇੜ ਦੇ ਪੁਜਾਰੀ ਵੀ ਸਹਿਮਤ ਸਨ, ਜਿਨ੍ਹਾਂ ਨੇ ਘਿਓ ਤੋਂ ਬਗੈਰ ਹਰ ਪ੍ਰਕਾਰ ਦੀ ਰੋਸ਼ਨੀ ਨੂੰ ਰੱਦ ਕਰ ਦਿੱਤਾ, ਕਿਉਂਕਿ ਘਿਓ ਵਿੱਚ ਹੀ ਜ਼ਰੂਰੀ ਪਵਿੱਤਰਤਾ ਵਿਦਮਾਨ ਸੀ। ਸਿੰਘ ਸਭਾ ਲਹਿਰ ਦੇ ਇੱਕ ਬਹੁਤ ਹੀ ਪ੍ਰਸਿੱਧ ਸ਼ਖਸੀਅਤ ਬਾਬੂ ਤੇਜਾ ਸਿੰਘ ਪਸੌੜ ਨੇ 3 ਸਤੰਬਰ 1897 ਦੇ ਖਾਲਸਾ ਅਖਬਾਰ ਵਿੱਚ ਇੱਕ ਪੱਤਰ ਪੇਸ਼ ਕੀਤਾ ਅਤੇ ਉਸ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿੱਖਾਂ ਨੂੰ ਇਸ ਗੱਲ ਦੀ ਸੱਚੀ ਰੋਸ਼ਨੀ ਚਾਹੀਦੀ ਹੈ ਕਿ ਕੌਮ ਵਿੱਚੋਂ ਜਾਤ-ਪਾਤ ਦੇ ਵਿਤਕਰੇ ਨੂੰ ਖਤਮ ਕੀਤਾ ਜਾ ਸਕੇ। ਹਰਮੰਦਰ ਸਾਹਿਬ ਦੀ ਪੂਰਵੀ ਰਿਵਾਜ ਦੇ ਮੁਤਾਬਕ ਘਿਓ ਨਾਲ ਰੋਸ਼ਨੀ ਕਰਨਾ ਸਭ ਤੋਂ ਉੱਤਮ ਹੈ। ਇੱਕ ਹੋਰ ਸੰਵਿਦਾਦਾਤਾ ਨੇ 27 ਅਗਸਤ 1897 ਨੂੰ ਖਾਲਸਾ ਅਖਬਾਰ ਵਿੱਚ ਇਹ ਲਿਖਿਆ ਕਿ ਉਸਨੇ ਪੰਜਾਬ ਦੇ ਆਰਕ ਬਿਸ਼ਪ ਤੋਂ ਪੁੱਛਣ ਉਪਰੰਤ ਇਹ ਜਾਣਿਆ ਹੈ ਕਿ ਸੈਂਟ ਪੀਟਰ ਅਤੇ ਸੈਂਟ ਪੋਲ ਵਿਖੇ ਵੀ ਕੋਈ ਬਿਜਲੀ ਦੀ ਰੋਸ਼ਨੀ ਨਹੀਂ ਹੈ। ਉਸਨੇ ਉਹਨਾਂ ਅੰਗਰੇਜ਼ਾਂ ਵੱਲੋਂ ਕੀਤੀ ਗਈ ਆਲੋਚਨਾ ਨੂੰ ਯਾਦ ਕਰਾਇਆ ਕਿ ਹਰਮੰਦਰ ਸਾਹਿਬ ਦੇ ਨਾਲ ਜਰਨਲ ਸ਼ੈਲੀ ਵਾਲਾ ਘੰਟਾ ਘਰ ਇੱਕ ਅਤਿਅੰਤ ਹੀ ਘਿਨਾਉਣਾ ਕੰਮ ਹੈ। ਇਸੇ ਤਰ੍ਹਾਂ ਹੀ ਉਸਨੇ ਅਖੀਰ ਵਿੱਚ ਕਿਹਾ ਕਿ ਪੱਛਮੀ ਰੋਸ਼ਨੀ ਹਰਮੰਦਰ ਸਾਹਿਬ ਦੇ ਅੰਦਰ ਅਨੁਚਿਤ ਹੋਵੇਗੀ। ਕ੍ਰੋਧ ਵਿੱਚ ਲਿਖੇ ਹੋਏ ਇੱਕ ਪੈਂਫਲੇਟ ਵਿੱਚ ਹੋਤੀ ਮਰਦਾਨ ਦੇ ਸੰਤ ਖਾਲਸਾ ਦਇਆਲ ਸਿੰਘ ਵੀ ਇਸ ਵਿਵਾਦ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਕਿਹਾ ਕਿ ਹਰਮੰਦਰ ਦੀਆਂ ਕੰਧਾਂ ਅਤੇ ਛੱਤ ਨੂੰ ਬਿਜਲੀ ਦੀਆਂ ਤਾਰਾਂ ਲਾਉਣ ਵਾਸਤੇ ਖੋਦਣਾ ਇੱਕ ਭਾਰੀ ਬੇਅਦਬੀ ਹੋਵੇਗੀ। 6 ਅਗਸਤ 1897 ਨੂੰ ਆਪਣੇ ਸੰਪਾਦਕੀ ਪੰਨੇ ਵਿੱਚ ਖਾਲਸਾ ਅਖਬਾਰ ਨੇ ਇਹ ਲਿਖਿਆ ਕਿ ਹਰਮੰਦਰ ਕੋਈ ਮਿਊਜ਼ੀਅਮ ਨਹੀਂ ਹੈ, ਜਿਸ ਵਿੱਚ ਲੋਕਾਂ ਦਾ ਧਿਆਨ ਦਿਵਾਉਣ ਵਾਸਤੇ ਅਜਿਹਾ ਬਜ਼ਾਰੂ ਦਿਖਾਵਾ ਕਰਨ ਦੀ ਲੋੜ ਹੈ। 20 ਅਗਸਤ 1897 ਨੂੰ ਇਸ ਅਖਬਾਰ ਨੇ ਮਹਾਰਾਜਾ ਫਰੀਦਕੋਟ ਵੱਲੋਂ ਬਿਜਲੀ ਲਈ ਪੈਸਾ ਦੇਣ ਦੀ ਫਰਾਖਦਿਲੀ ਦੀ ਪ੍ਰਸ਼ੰਸਾ ਕੀਤੀ, ਪਰ ਉਹਨਾਂ ਨੇ ਉਹਨਾਂ ਮਿੱਤਰਾਂ ਉੱਤੇ ਵਿਅੰਗ ਕੱਸਿਆ ਜਿਨ੍ਹਾਂ ਨੇ ਇਹੋ ਜਿਹੀ ਫਜ਼ੂਲ ਖਰਚੀ ਲਈ ਉਹਨਾਂ ਨੂੰ ਸਲਾਹ ਦਿੱਤੀ। 6 ਅਗਸਤ 1897 ਖਾਲਸਾ ਅਖਬਾਰ ਵਿੱਚ ਜਲੰਧਰ ਸ਼੍ਰੀ ਗੁਰੂ ਸਿੰਘ ਸਭਾ ਦੇ ਗ੍ਰੰਥੀਆਂ ਦੀ ਹਮਾਇਤ ਵਿੱਚ ਇੱਕ ਟਿੱਪਣੀ ਪ੍ਰਕਾਸ਼ਿਤ ਕੀਤੀ। ਸਾਹਮਣੇ ਲਿਆਂਦੇ ਗਏ ਪ੍ਰਸ਼ਨਾਂ ਵਿੱਚੋਂ ਇੱਕ ਇਹ ਸੀ, ਜੇ ਇੰਜਣ ਫੇਲ ਹੋ ਗਿਆ ਤਾਂ ਫਿਰ ਕੀ ਬਣੇਗਾ। ਉਸੇ ਦਿਨ ਹੀ ਸੰਪਾਦਕੀ ਵਿੱਚ ਖਾਲਸਾ ਅਖਬਾਰ ਨੇ ਲਿਖਿਆ, ਸਿੱਖਾਂ ਨੂੰ ਜੇਕਰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਬਿਜਲੀ ਦੀ ਨਹੀਂ, ਸਗੋਂ ਗੁਰੂ ਦੇ ਸ਼ਬਦ ਦੀ ਰੋਸ਼ਨੀ ਦੀ ਲੋੜ ਹੈ। ਜਦੋਂ ਬਿਜਲੀ ਆ ਗਈ ਤਾਂ
ਇੱਕ ਬਿਲਕੁਲ ਹੀ ਨਵੀਂ ਗੱਲ ਦਿਖਾਈ ਦਿੱਤੀ। ਡਾਕਟਰ ਜਾਨ ਕੈਂਪਬੈਲ ਓਮਾਨ, ਜਿਹੜਾ ਕਿ ਸਰਕਾਰੀ ਕਾਲਜ ਲਾਹੌਰ ਦਾ ਪ੍ਰੋਫੈਸਰ ਸੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰਿੰਸੀਪਲ ਸੀ, ਜਦੋਂ 16 ਸਾਲ ਦੇ ਵਕਫੇ ਬਾਅਦ ਹਰਿਮੰਦਰ ਸਾਹਿਬ ਆਇਆ ਤਾਂ ਉਸਨੇ ਇਹ ਸ਼ਬਦ ਕਹੇ, ਹਰਿਮੰਦਰ ਸਾਹਿਬ ਦੇ ਦੀਵਿਆਂ ਦੇ ਪੁਰਾਤਨ ਸਧਾਰਨ ਸੰਸਾਰ ਵਿੱਚ ਚਮਕਦਾਰ ਭੜਕੀਲੀ ਬਿਜਲੀ ਦੀ ਰੌਸ਼ਨੀ ਇੱਕ ਬਦਮਿਜ਼ਾਜ ਨਵੇਂ ਬਣੇ ਰਈਸ ਦੀ ਦਖਲਅੰਦਾਜ਼ੀ ਵਰਗੀ ਲੱਗ ਰਹੀ ਹੈ, ਜਿਹੜੀ ਕਿ ਉਚਿਤ ਵਿਵਹਾਰਿਕਤਾ ਤੋਂ ਬਾਹਰੀ ਨਜ਼ਰ ਆਉਂਦੀ ਹੈ। ਬਿਜਲੀ ਲਾਉਣ ਦੇ ਹਮਾਇਤੀ ਜਿੱਤ ਚੁੱਕੇ ਸਨ, ਪਰੰਤੂ ਇਹਨਾਂ ਮਤਭੇਦਾਂ ਨੇ ਆਪਣੇ ਪਿੱਛੇ ਕੜਵਾਹਟ ਦੀ ਇੱਕ ਲੀਕ ਬਣਾ ਦਿੱਤੀ ਸੀ। ਨਿਸ਼ਚਿਤ ਤੌਰ ਤੇ ਇਹ ਸਿੰਘ ਸਭਾ ਦੇ ਲਾਹੌਰ ਅਤੇ ਅੰਮ੍ਰਿਤਸਰ ਪੱਖਾਂ ਦੇ ਵਿਚਕਾਰ ਸੰਘਰਸ਼ ਸੀ। ਦੋਵਾਂ ਇੱਕ ਦੂਸਰੇ ਦੇ ਕਰੜੇ ਵਿਰੋਧੀ ਸਨ ਤੇ ਹਰ ਛੋਟੇ ਵੱਡੇ ਮਸਲੇ ਲਈ ਇੱਕ ਦੂਜੇ ਨਾਲ ਝਗੜਦੇ ਰਹਿੰਦੇ ਸਨ। ਪਰੰਤੂ ਹੈਰਾਨੀ ਦੀ ਗੱਲ ਹੈ ਸੀ ਕਿ ਲਾਹੌਰ ਗਰੁੱਪ, ਜਿਹੜਾ ਕਿ ਆਪਣੇ ਆਪ ਨੂੰ ਜ਼ਿਆਦਾ ਪ੍ਰਗਤੀਸ਼ੀਲ ਰੂਪ ਵਿੱਚ ਪੇਸ਼ ਕਰਦਾ ਸੀ ਅਤੇ ਅੰਮ੍ਰਿਤਸਰ ਗਰੁੱਪ ਦੀ ਕੱਟੜਵਾਦਤਾ ਨੂੰ ਵੀ ਲੈ ਕੇ ਉਸ ਦਾ ਮਖੌਲ ਉਡਾਉਂਦਾ ਸੀ, ਬਿਜਲੀਕਰਨ ਦੇ ਮਾਮਲੇ ਵਿੱਚ ਸਭ ਤੋਂ ਵੱਧ ਵਿਰੋਧ ਕਰਨ ਵਾਲਾ ਸੀ, ਫਿਰ ਵੀ ਇਹ ਘਟਨਾਵਾਂ ਦੇ ਅੱਗੇ ਵਧਣ ਵਿੱਚ ਰੁਕਾਵਟ ਨਹੀਂ ਪਾ ਸਕਿਆ। ਕਿਸੇ ਵੀ ਤਰ੍ਹਾਂ ਸਹੀ ਬਿਜਲੀ ਨੇ ਆਉਣਾ ਹੀ ਆਉਣਾ ਸੀ, ਪਰੰਤੂ ਸਰਦਾਰ ਸੁੰਦਰ ਸਿੰਘ ਮਜੀਠੀਆ ਵੱਲੋਂ ਕੀਤੀ ਗਈ ਸ਼ੁਰੂਆਤ ਅਤੇ ਫਰੀਦਕੋਟ ਦੇ ਮਹਾਰਾਜਾ ਵੱਲੋਂ ਦਿੱਤੀ ਗਈ ਹਮਾਇਤ ਨੂੰ ਇਤਿਹਾਸ ਵਿੱਚ ਯਾਦ ਰੱਖਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।